दुध वांगू जिंदगी बना दे मेरे सुथड़े तू लेख जगा दे। चिट्टे दुध वांगू जिंदगी बना दे मेरे सुथड़े तू लेख जगा दे। तौबा तौबा मेरी शाफी तौबा मेरी, तौबा तौबा मेरी शाफी तौबा मेरी। हथ रहदा हुण तू वधा दे मेरे सुथड़े तू लेख जगा दे। हथ रहदा हुण तू वधा दे मेरे सुथड़े तू लेख जगा दे। चिट्टे दुध वांगू जिंदगी बना दे मेरे सुथड़े तू लेख जगा दे। शाफी रोग अबलड़े ने मेरे आई लेके मैं दरते तेरे। शाफी रोग अबलड़े ने मेरे आई लेके मैं दरते तेरे। मेरी सुन ले दुआ के नेड़े नाम तेरे ही कर दे मैं फेरे। मेरे जीवन नो हुण तो सजा दे मेरे सुथड़े तू लेख जगा दे। मेरे जीवन नो हुण तो सजा दे मेरे सुथड़े तू लेख जगा दे। चिट्टे दुध वांगू जिंदगी बना दे मेरे सुथड़े तू लेख जगा दे। चिट्टे दुध वांगू जिंदगी बना दे मेरे सुथड़े तू लेख जगा दे। बाप अते बेटे अते रूह पाक दे नाम उते आमीन। सारे प्रभु यीशु मसीह दा फजल, खुदा बाप दा प्रेम ते रूह पाक दी सांझ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਦੋ ਮਹਾਨ ਈਦਾਂ ਨੂੰ ਮਨਾ ਰਹੇ ਹਾਂ। ਪਹਿਲਾ ਹੈ ਧੰਨ ਕੁਆਰੀ ਮਰੀਮ ਦਾ ਬੇਦਾਗ ਦਿਲ ਤੇ ਦੂਜਾ ਹੈ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਦਿਹਾੜਾ। ਇਹ ਦੋਵੇਂ ਈਦਾਂ ਸਾਡੇ ਕੋਲੋਂ ਦੋ ਵੱਖ-ਵੱਖ ਚੀਜ਼ਾਂ ਦੀ ਮੰਗ ਕਰਦੀ ਹੈ। ਪਹਿਲਾ ਹੈ ਕਿ ਅਸੀਂ ਮਾਂ ਮਰੀਮ ਦੇ ਵਾਂਗ ਖੁਦਾ ਦੇ ਪ੍ਰਤੀ ਪਿਆਰ ਅਤੇ ਉਸ ਦੇ ਲੋਕਾਂ ਦੇ ਪ੍ਰਤੀ ਪਿਆਰ ਨਾਲ ਹਮੇਸ਼ਾ ਭਰਪੂਰ ਰਹੀਏ। ਦੂਸਰਾ ਹੈ ਸੰਤ ਯੂਹੰਨਾ ਵਾਂਗ ਜੋ ਆਪਣੀ ਮਾਤਾ ਦੇ ਘਰ ਵਿੱਚ ਪਵਿੱਤਰ ਕੀਤਾ ਗਿਆ। ਜਦੋਂ ਉਸ ਦਾ ਜਨਮ ਹੋਇਆ, ਉਸ ਉੱਤੇ ਆਦਮ ਅਤੇ ਹਵਾ ਦਾ ਜੋ ਗੁਨਾਹ ਸੀ, ਜੋ ਉਸ ਦੀ ਸਜ਼ਾ ਅਤੇ ਜੋ ਉਸ ਦਾ ਅਸਰ ਸੀ, ਉਸ ਤੋਂ ਉਹ ਮੁਕਤ ਸੀ। ਉਹ ਪਵਿੱਤਰਤਾ ਵਿੱਚ ਜਨਮ ਲੈਂਦਾ ਹੈ। ਦੂਸਰੀ ਗੱਲ ਇਹ ਹੈ ਕਿ ਖੁਦਾ ਸਾਡੇ ਕੋਲੋਂ ਪਵਿੱਤਰਤਾ ਦੀ ਮੰਗ ਕਰਦਾ ਹੈ। ਆਓ ਅਸੀਂ ਪਵਿੱਤਰਤਾ ਅਤੇ ਪਿਆਰ ਦੋਵਾਂ ਵਿੱਚ ਵਧਣ ਦੇ ਲਈ ਅੱਜ ਦੀ ਇਸ ਪਾਕਮਾਂ ਦੀ ਕੁਰਬਾਨੀ ਵਿੱਚ ਖੁਦਾ ਅੱਗੇ ਪ੍ਰਾਰਥਨਾ ਕਰੀਏ। ਆਓ ਇਸ ਪਾਕਮਾਂ ਦੀ ਕੁਰਬਾਨੀ ਵਿੱਚ ਯੋਗ ਢੰਗ ਨਾਲ ਹਿੱਸਾ ਲੈਣ ਲਈ ਹੁਣ ਤੱਕ ਕੀਤੇ ਆਪਣੀ ਸਾਰੀ ਗਲਤੀਆਂ ਗੁਨਾਹਾਂ ਨੂੰ ਮੰਨਦੇ ਹੋਏ ਸੱਚੇ ਦਿਲ ਨਾਲ ਪਛਤਾਉਂਦੇ ਹੋਏ ਪ੍ਰਭੂ ਕੋ ਮਾਫੀ ਮੰਗੀਏ ਤੇ ਆਖੇ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ
ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਅਸੀਂ ਮੰਗਦੇ ਹਾਂ ਮਾਫੀ ਕੋਲੋਂ ਤੇਰੀ, ਐ ਪ੍ਰਭੂ ਦਇਆ ਕਰੋ। ਅਸੀਂ ਮੰਗਦੇ ਹਾਂ ਮਾਫੀ ਕੋਲੋਂ ਤੇਰੀ, ਐ ਪ੍ਰਭੂ ਦਇਆ ਕਰੋ। ਅਸੀਂ ਮੰਨਦੇ ਹਾਂ ਸਾਰੇ ਪਾਪਾਂ ਨੂੰ ਆਪਣੇ, ਮਸੀਹ ਦਇਆ ਕਰੋ। ਅਸੀਂ ਮੰਨਦੇ ਹਾਂ ਸਾਰੇ ਪਾਪਾਂ ਨੂੰ ਆਪਣੇ, ਐ ਮਸੀਹ ਦਇਆ ਕਰੋ। ਸਾਨੂੰ ਆਪਣੀ ਮਾਫੀ ਬਖਸ਼ੋ ਪ੍ਰਭੂ, ਐ ਪ੍ਰਭੂ ਦਇਆ ਕਰੋ, ਐ ਮਸੀਹ ਦਇਆ ਕਰੋ, ਐ ਪ੍ਰਭੂ ਦਇਆ ਕਰੋ। ਅਸੀਂ ਤੇਰੇ ਗਾਉਂਦੇ ਹਾਂਗੇ, ਤਨ ਤਨ ਤੈਨੂੰ ਕਹਿੰਦੇ ਹਾਂ, ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ। ਤੇਰੀ ਵੱਡੀ ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ। स्वर्ग दे बादशाह खुदा, बाप कुदरत वाले खुदा, स्वर्ग दे विच वड़ियाई। यीशु मसीह इकलौते बेटे, बाप दे बेटे प्रभु खुदा, बाप दा बेटा दुनिया दे पापां नू चुक ले जाता है। मेरे ता सुन ले साडियां, तू बाप दे सच बैठा है। दया तू कर हुण सारे उते, तू ही सुर गुण है खुदा। स्वर्ग दे विच वड़ियाई। तू ही कल
ਅਸੀਂ ਪ੍ਰਾਰਥਨਾ ਕਰੀਏ। ਵੈ ਖੁਦਾ, ਤੁਸਾਂ ਯਹੋਨਾ ਬਪਤਿਸਮਾ ਨੂੰ ਕੱਲਿਆ ਤਾਂ ਜੋ ਉਸ ਦੇ ਰਾਹੀਂ ਇੱਕ ਯੋਗ ਕੌਮ ਨੂੰ ਮਸੀਹ ਲਈ ਤਿਆਰ ਕੀਤਾ ਜਾ ਸਕੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਨੂੰ ਰੂਹਾਨੀ ਖੁਸ਼ੀਆਂ ਦਾ ਫਜ਼ਲ ਬਹੁਤਾਤ ਵਿੱਚ ਬਖਸ਼ ਅਤੇ ਸ਼ਾਂਤੀ ਤੇ ਮੁਕਤੀ ਦੇ ਰਾਹ ਉੱਤੇ ਉਸ ਦੀ ਅਗਵਾਈ ਕਰ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਤੇ ਜ਼ੁਬਾਨ ਤੇ ਹੋਵੇ ਤਾਂ ਹੀ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਉਸ ਦਾ 49 ਬਾਬ 1 ਤੋਂ 6 ਆਇਤ ਤੱਕ। ਹੇ ਦੂਰ ਦਿਓ ਕੌਮੋਂ ਦੇ ਲੋਕੋ, ਤੁਸੀਂ ਮੇਰੀ ਸੁਣੋ। ਮੇਰੇ ਜਨਮ ਤੋਂ ਪਹਿਲਾਂ ਹੀ ਪ੍ਰਭੂ ਨੇ ਮੈਨੂੰ ਚੁਣਿਆ ਅਤੇ ਮੈਨੂੰ ਆਪਣਾ ਦਾਸ ਨਿਯੁਕਤ ਕੀਤਾ ਸੀ। ਉਸਨੇ ਮੇਰੇ ਬੋਲਾਂ ਨੂੰ ਤਲਵਾਰ ਦੇ ਵਾਂਗ ਤਿੱਖਿਆ ਕੀਤਾ ਅਤੇ ਆਪਣੇ ਹੱਥ ਦੇ ਨਾਲ ਮੇਰੀ ਰੱਖਿਆ ਕੀਤੀ। ਉਸਨੇ ਮੈਨੂੰ ਤਿੱਖੇ ਤੀਰ ਦੇ ਵਾਂਗ ਤਿੱਖਾ ਕੀਤਾ ਅਤੇ ਆਪਣੀ ਤਰਕਸ਼ ਵਿੱਚ ਰੱਖਿਆ। ਉਸਨੇ ਮੈਨੂੰ ਕਿਹਾ, ਇਸਰਾਇਲ, ਤੂੰ ਮੇਰਾ ਦਾਸ ਹੈ ਅਤੇ ਤੇਰੇ ਕਾਰਨ ਲੋਕ ਮੇਰੀ ਮਹਿਮਾ ਕਰਦੇ ਹਨ। ਮੈਂ ਕਿਹਾ, ਮੈਂ ਵਿਅਰਥ ਹੀ ਮਿਹਨਤ ਕੀਤੀ ਹੈ, ਮੈਂ ਆਪਣੀ ਸਾਰੀ ਸ਼ਕਤੀ ਵਰਤੀ ਹੈ, ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ। ਪਰ ਫਿਰ ਵੀ ਮੈਂ ਪ੍ਰਭੂ ਉੱਤੇ ਭਰੋਸਾ ਰੱਖ ਸਕਦਾ ਹਾਂ, ਕਿਉਂਕਿ ਉਹ ਮੇਰਾ ਪੱਖ ਲਵੇਗਾ ਅਤੇ ਉਹ ਮੈਨੂੰ ਚੰਗਾ ਬਦਲਾ ਦੇਵੇਗਾ। ਮੇਰੇ ਜਨਮ ਤੋਂ ਹੀ ਪ੍ਰਭੂ ਨੇ ਮੈਨੂੰ ਨਿਯੁਕਤ ਕੀਤਾ ਸੀ ਅਤੇ ਉਸਨੇ ਮੈਨੂੰ ਆਪਣਾ ਦਾਸ ਬਣਾਇਆ ਕਿ ਮੈਂ ਉਸਦੇ ਲੋਕਾਂ ਨੂੰ ਵਾਪਸ ਲਿਆਵਾਂ, ਅਰਥਾਤ ਉਸਦੇ ਖਿਲਰੇ ਹੋਏ ਇਸਰਾਇਲੀ ਲੋਕਾਂ ਨੂੰ ਵਾਪਸ ਲਿਆਵਾਂ। ਪ੍ਰਭੂ ਮੈਨੂੰ ਆਦਰ ਦਿੰਦਾ ਹੈ ਅਤੇ ਉਹ ਮੇਰੀ ਸ਼ਕਤੀ ਦਾ ਸੋਮਾ ਹੈ। ਪ੍ਰਭੂ ਨੇ ਮੈਨੂੰ ਕਿਹਾ, ਮੈਂ ਤੇਰੇ ਤੋਂ ਇੱਕ ਬਹੁਤ ਵੱਡਾ ਕੰਮ ਲਵਾਂਗਾ। ਤੂੰ ਕੇਵਲ ਇਸਰਾਇਲ ਦੇ ਬੱਚੇ ਲੋਕਾਂ ਦਾ ਨਾਂ ਉੱਚਾ ਹੀ ਨਹੀਂ ਕਰੇਗਾ, ਸਗੋਂ ਮੈਂ ਤੈਨੂੰ ਕੌਮਾਂ ਦੇ ਲਈ ਚਾਨਣ ਬਣਾਵਾਂਗਾ, ਤਾਂ ਜੋ ਸਾਰਾ ਸੰਸਾਰ ਮੁਕਤੀ ਪ੍ਰਾਪਤ ਕਰੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। रहमत नाल है परिया होया, पाक खुदा रब साडा। रहमत नाल है परिया होया, पाक खुदा रब साडा। रहमत नाल है परिया होया, पाक खुदा रब साडा। रहमत नाल है परिया होया, पाक खुदा रब साडा। गुस्सा ते करन दे विच है ओ तीरा, प्यार ते उसदा है डाडा। रहमत नाल है परिया होया, पाक खुदा रब साडा।
कि खुदा रब साडा। ਪਾਠ ਦੂਸਰਾ। ਰਸੂਲਾਂ ਦੇ ਕਰਤੱਵ, ਉਸ ਦਾ 13 ਬਾਬ 22 ਤੋਂ 26 ਆਇਤ। ਉਸ ਨੂੰ ਹਟਾ ਦੇਣ ਦੇ ਬਾਅਦ ਖੁਦਾ ਨੇ ਦਾਊਦ ਨੂੰ ਉਹਨਾਂ ਦਾ ਰਾਜਾ ਬਣਾਇਆ, ਜਿਸ ਦੇ ਬਾਰੇ ਉਸਨੇ ਗਵਾਹੀ ਦਿੱਤੀ ਅਤੇ ਕਿਹਾ, ਜੱਸੇ ਦੇ ਪੁੱਤਰ ਦਾਊਦ ਨੂੰ ਮੈਂ ਆਪਣੇ ਮਨ ਦੀ ਪਸੰਦ ਦਾ ਆਦਮੀ ਪਾਇਆ ਹੈ, ਜੋ ਮੇਰੀਆਂ ਸਭ ਇੱਛਾਵਾਂ ਨੂੰ ਪੂਰੀਆਂ ਕਰੇਗਾ। ਇਸ ਆਦਮੀ ਦੀ ਅੰਸ਼ ਔਲਾਦ ਵਿੱਚੋਂ ਖੁਦਾ ਨੇ ਆਪਣੇ ਵਾਅਦੇ ਅਨੁਸਾਰ ਇਜ਼ਰਾਈਲ ਦੇ ਲਈ ਇੱਕ ਮੁਕਤੀਦਾਤਾ ਯਿਸੂ ਪੈਦਾ ਕੀਤਾ। ਉਸ ਦੀ ਆਮਦ ਦੇ ਪਹਿਲਾਂ ਯੋਹੰਨਾ ਨੇ ਇਜ਼ਰਾਈਲ ਦੇ ਸਾਰੇ ਲੋਕਾਂ ਵਿੱਚ ਪਛਤਾਵੇ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ ਸੀ। ਜਿਵੇਂ ਯੋਹੰਨਾ ਆਪਣਾ ਕੰਮ ਪੂਰਾ ਕਰ ਰਿਹਾ ਸੀ, ਉਸਨੇ ਕਿਹਾ, ਤੁਸੀਂ ਕੀ ਸੋਚਦੇ ਹੋ ਕਿ ਮੈਂ ਹਾਂ? ਮੈਂ ਉਹ ਨਹੀਂ ਹਾਂ, ਨਹੀਂ, ਪਰ ਮੇਰੇ ਬਾਅਦ ਇੱਕ ਆਉਣਾ ਹੈ, ਜਿਸ ਦੇ ਪੈਰਾਂ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਮੈਂ ਯੋਗ ਨਹੀਂ ਹਾਂ। ਮੇਰੇ ਭਰਾਓ, ਇਬਰਾਹਿਮ ਦੇ ਟੱਬਰ ਦੇ ਲੋਕੋ ਅਤੇ ਤੁਹਾਡੇ ਵਿੱਚੋਂ ਖੁਦਾ ਦਾ ਡਰ ਰੱਖਣ ਵਾਲੇ ਸਭ ਲੋਕੋ, ਮੁਕਤੀ ਦਾ ਇਹ ਸੰਦੇਸ਼ ਸਾਡੇ ਲਈ ਕੱਲਿਆ ਗਿਆ ਹੈ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। हालेलुया, 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 हालेलुया। सारिया कौमां नूं चिली बनाओ, रब नाल सब दा मेल कराओ। सारिया कौमां नूं चिली बनाओ, रब नाल सब दा मेल कराओ। जाओ 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 जाओ, सब जाओ, सब जाओ, जाओ 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 जाओ, सब जाओ, सब जाओ। हालेलुया, 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 हालेलुया। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸਨ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ ਇੱਕ ਅਧਿਆਇ 57 ਤੋਂ 66 ਆਇਤ ਅਤੇ 80 ਆਇਤ। ਐਲਿਜ਼ਬeth ਦੇ ਜਨਮ ਦਾ ਸਮਾਂ ਪੂਰਾ ਹੋਇਆ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਤੇ ਇੰਨੀ ਵੱਡੀ ਦਇਆ ਕੀਤੀ ਹੈ ਅਤੇ ਉਹਨਾਂ ਨੇ ਉਸ ਦੇ ਨਾਲ ਮਿਲ ਕੇ ਖੁਸ਼ੀ ਮਨਾਈ। 8ਵੇਂ ਦਿਨ ਉਹ ਬੱਚੇ ਦਾ ਖਤਨਾ ਕਰਨ ਲਈ ਆਏ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਦੇ ਨਾਂ ਉੱਤੇ ਜ਼ਕਰੀਆ ਰੱਖਣਾ ਚਾਹੁੰਦੇ ਸਨ, ਪਰ ਉਸ ਦੀ ਮਾਤਾ ਨੇ ਕਿਹਾ, ਜੀ ਨਹੀਂ, ਇਹ ਯੂਹੰਨਾ ਅਖਵਾਵੇਗਾ। ਤਦ ਉਹਨਾਂ ਨੇ ਉਸ ਨੂੰ ਕਿਹਾ, ਤੇਰੇ ਟੱਬਰ ਵਿੱਚ ਕਿਸੇ ਦਾ ਵੀ ਇਹ ਨਾਂ ਨਹੀਂ ਹੈ। ਫਿਰ ਉਹਨਾਂ ਬੱਚੇ ਦੇ ਪਿਤਾ ਤੋਂ ਇਸ਼ਾਰੇ ਨਾਲ ਪੁੱਛਿਆ,
ਕਿ ਉਹ ਉਸ ਦਾ ਨਾਂ ਕੀ ਰੱਖਣਾ ਚਾਹੁੰਦਾ ਹੈ। ਉਸ ਨੇ ਲਿਖਣ ਵਾਲੀ ਤਖਤੀ ਮੰਗਵਾਈ ਅਤੇ ਲਿਖਿਆ, ਇਸ ਦਾ ਨਾਂ ਯੂਹੰਨਾ ਹੈ। ਸਾਰੇ ਲੋਕ ਹੈਰਾਨ ਹੋ ਗਏ। ਉਸ ਵੇਲੇ ਉਸ ਦਾ ਮੂੰਹ ਅਤੇ ਜ਼ੁਬਾਨ ਖੁੱਲ੍ਹ ਗਏ ਅਤੇ ਉਹ ਖੁਦਾ ਦੀ ਉਸਤਤ ਕਰਦੇ ਹੋਏ ਬੋਲਣ ਲੱਗਾ। ਸਾਰੇ ਆਂਢ ਗੁਆਂਢ ਉੱਤੇ ਭੈ ਛਾ ਗਿਆ। ਇਹਨਾਂ ਸਾਰੀਆਂ ਗੱਲਾਂ ਦੀ ਚਰਚਾ ਯਹੂਦੀਆਂ ਦੇ ਸਾਰੇ ਪਹਾੜੀ ਖੇਤਰ ਵਿੱਚ ਹੋਣ ਲੱਗੀ। ਸਾਰੇ ਸੁਣਨ ਵਾਲੇ ਇਹਨਾਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖੀ ਇਹ ਕਹਿੰਦੇ ਸਨ, ਨਾ ਜਾਣੇ ਇਹ ਬੱਚਾ ਕੀ ਹੋਵੇਗਾ, ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ। ਬੱਚਾ ਵੱਧਦਾ ਗਿਆ ਅਤੇ ਰੂਹ ਵਿੱਚ ਮਜ਼ਬੂਤ ਹੁੰਦਾ ਗਿਆ ਅਤੇ ਉਹ ਇਸਰਾਏਲ ਦੇ ਸਾਹਮਣੇ ਪ੍ਰਗਟ ਹੋਣ ਤੱਕ ਉਜਾੜ ਵਿੱਚ ਰਿਹਾ। ਪ੍ਰਭੂ ਦੇ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵੀ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਦੋ ਮਹਾਨ ਈਦਾਂ ਮਨਾ ਰਹੇ ਹਾਂ। ਜਿਸ ਤਰ੍ਹਾਂ ਸ਼ੁਰੂਆਤ ਵਿੱਚ ਮੈਂ ਆਖਿਆ ਕਿ ਪਹਿਲੀ ਈਦ ਹੈ ਧੰਨ ਕੁਆਰੀ ਮਾਂ ਮਰੀਮ ਦੇ ਬੇਦਾਗ ਦਿਲ ਦੀ ਈਦ। ਦੂਜਾ ਹੈ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਦਿਨ। ਦੋਵੇਂ ਹੀ ਅਜਿਹੇ ਸ਼ਖਸ ਹੋਏ ਹਨ ਜਿਨ੍ਹਾਂ ਨੂੰ ਪਾਕ ਮਾਂ ਕਲੀਸਿਆ ਦੇ ਵਿੱਚ ਸਭ ਤੋਂ ਉੱਤਮ ਰੁਤਬਾ ਮਿਲਿਆ ਹੋਇਆ ਹੈ। ਅਸੀਂ ਵੇਖਦੇ ਹਾਂ ਕਿ ਪਾਕ ਮਾਂ ਕਲੀਸਿਆ, ਕੈਥੋਲਿਕ ਕਲੀਸਿਆ, ਤਿੰਨ ਸ਼ਖਸਾਂ ਦਾ ਜਨਮ ਦਿਨ ਮਨਾਉਂਦੀ ਹੈ। ਜਿੰਨੇ ਵੀ ਸੰਤ ਸੰਤਨੀਆਂ ਹੋਈਆਂ ਹਨ ਉਹਨਾਂ ਸਾਰਿਆਂ ਵਿੱਚੋਂ ਸਿਰਫ ਤਿੰਨਾਂ ਦਾ ਜਨਮ ਦਿਨ ਮਨਾਉਂਦੀ ਹੈ। ਪਹਿਲਾ ਹੈ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ, ਜਿਸ ਨੂੰ ਆਪਾਂ ਵੱਡਾ ਦਿਨ ਕਹਿੰਦੇ ਹਾਂ। ਉਹ ਦੇਹਧਾਰੀ ਸ਼ਬਦ ਹੈ, ਖੁਦਾ ਹੈ, ਇਸ ਕਰਕੇ ਆਪਾਂ ਉਸ ਦਾ ਜਨਮ ਦਿਨ ਮਨਾਉਂਦੇ ਹਾਂ। ਫਿਰ ਦੂਜੇ ਨੰਬਰ 'ਤੇ ਅਸੀਂ ਮਾਂ ਮਰੀਮ ਦਾ ਜਨਮ ਦਿਨ ਮਨਾਉਂਦੇ ਹਾਂ। ਫਿਰ ਤੀਸਰੇ ਨੰਬਰ 'ਤੇ ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਦਿਨ ਮਨਾਉਂਦੇ ਹਾਂ। ਇਹ ਇਸ ਕਰਕੇ ਕਿਉਂਕਿ ਇਹ ਤਿੰਨੋਂ ਹੀ ਆਦਮ ਅਤੇ ਹਵਾ ਦੇ ਗੁਨਾਹ ਤੋਂ ਬੇਦਾਗ ਰਹੇ ਹਨ। ਪ੍ਰਭੂ ਯਿਸੂ ਖੁਦਾ ਹੋਣ ਦੇ ਨਾਤੇ, ਮਾਂ ਮਰੀਮ ਪ੍ਰਭੂ ਯਿਸੂ ਜੋ ਖੁਦਾ ਹੈ ਉਸ ਦੇ ਕਾਰਨ। ਤੇ ਸੰਤ ਯੂਹੰਨਾ ਬਾਰੇ ਸਾਨੂੰ ਪਤਾ ਹੈ ਜਦੋਂ ਆਪਣੀ ਮਾਤਾ ਦੇ ਗਰਭ ਵਿੱਚ ਸੀ, ਮਾਂ ਮਰੀਮ ਪ੍ਰਭੂ ਯਿਸੂ ਰੂਹ ਪਾਕ ਦੇ ਨਾਲ ਉਹਨਾਂ ਕੋਲ ਪਹੁੰਚਦੀ ਹੈ ਤੇ ਫਿਰ ਮਾਂ ਮਰੀਮ ਦੇ ਰਾਹੀਂ ਅਲਿਜ਼ਬਤ ਅਤੇ ਉਸ ਦੇ ਗਰਭ ਵਿੱਚ ਉਸ ਦਾ ਬੇਟਾ ਯੂਹੰਨਾ ਬਪਤਿਸਮਾ ਦੇਣ ਵਾਲਾ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਦੇ ਹਨ। ਯਾਨੀ ਕਿ ਆਪਣੀ ਮਾਤਾ ਦੇ ਗਰਭ ਵਿੱਚ ਹੀ ਉਹ ਸਾਰੇ ਗੁਨਾਹਾਂ ਤੋਂ ਸ਼ੁੱਧ ਹੋ ਜਾਂਦਾ ਹੈ, ਸ਼ੁੱਧ ਹੋ ਕੇ ਹੀ ਉਹ ਜਨਮ ਲੈਂਦਾ ਹੈ। ਪਿਆਰਿਓ, ਇਹਨਾਂ ਦੋਹਾਂ ਈਦਾਂ ਦੀ ਆਪੋ ਆਪਣੀ ਇੱਕ ਖਾਸੀਅਤ ਹੈ। ਪਹਿਲੀ ਖਾਸੀਅਤ ਇਹ ਹੈ ਕਿ ਜਦੋਂ ਅਸੀਂ ਮਾਂ ਮਰੀਮ ਦੇ ਦਿਲ ਨੂੰ ਵੇਖਦੇ ਹਾਂ, ਮਾਂ ਮਰੀਮ ਦੇ ਦਿਲ ਬਾਰੇ ਕਿਹਾ ਕਿ ਇੱਕ ਤਲਵਾਰ ਉਸ ਦੇ ਦਿਲ ਨੂੰ ਵਿੰਨ ਦੇਵੇਗੀ। ਉਹ ਹਮੇਸ਼ਾ ਪ੍ਰਭੂ ਯਿਸੂ ਮਸੀਹ ਦੇ ਪ੍ਰਤੀ ਪਿਆਰ ਰੱਖਦੀ ਹੋਈ ਸਾਰੀਆਂ ਕੁਰਬਾਨੀਆਂ ਕਰਦੀ ਹੈ। ਉਹਦੇ ਵਿੱਚ ਤਾਬਿਆਦਾਰੀ, ਉਸ ਦੇ ਵਿੱਚ ਆਗਿਆਕਾਰੀ, ਹਲੀਮੀ, ਦੁੱਖਾਂ ਮੁਸੀਬਤਾਂ ਨੂੰ ਖੁਦਾ ਦੀ ਰਜ਼ਾ, ਖੁਦਾ ਦੀ ਮਰਜ਼ੀ ਸਮਝ ਕੇ ਉਹਨਾਂ ਦਾ ਸਾਹਮਣਾ ਕਰਨ ਵਾਲੀ ਮਾਂ ਮਰੀਮ ਹਮੇਸ਼ਾ ਖੁਦਾ ਦੇ ਪਿਆਰ ਵਿੱਚ ਵਧਦੀ ਗਈ। ਉਹਦੇ ਪਿਆਰ ਵਿੱਚ ਕਦੀ ਕਮੀ ਨਹੀਂ ਹੋਈ। ਇਸੇ ਤਰੀਕੇ ਨਾਲ ਮਾਂ ਮਰੀਮ ਖੁਦਾ ਨੂੰ ਪਿਆਰ ਕਰਦਿਆਂ ਉਸ ਦੀਆਂ ਸੰਤਾਨਾਂ ਯਾਨੀ ਕਿ ਸਾਨੂੰ ਸਾਰਿਆਂ ਨੂੰ ਵੀ ਉਸੇ ਤਰੀਕੇ ਨਾਲ ਪਿਆਰ ਕਰਦੀ ਹੈ ਤੇ ਚਾਹੁੰਦੀ ਹੈ ਕਿ ਅਸੀਂ ਵੀ ਖੁਦਾ ਦੇ ਪਿਆਰ ਵਿੱਚ ਦਿਨ ਬ ਦਿਨ ਵਧਦੇ ਜਾਈਏ। ਅਗਲੀ ਗੱਲ ਹੈ ਪਵਿੱਤਰਤਾ। ਸੰਤ ਯੂਹੰਨਾ ਬਪਤਿਸਮਾ ਦੇਣ ਵਾਲਾ ਜੇਕਰ ਆਪਣੀ ਮਾਤਾ ਦੇ ਗਰਭ ਵਿੱਚ ਪਵਿੱਤਰ ਆਤਮਾ ਗ੍ਰਹਿਣ ਨਹੀਂ ਕਰਦਾ ਤੇ ਉਸ ਉੱਤੇ ਵੀ ਆਦਮ ਅਤੇ ਹਵਾ ਦੇ ਗੁਨਾਹ ਦਾ ਅਸਰ, ਉਸ ਦਾ ਪ੍ਰਭਾਵ ਹੋਣਾ ਸੀ ਤੇ ਉਸ ਨੂੰ ਖੁਦ ਨੂੰ ਪਹਿਲਾਂ ਬਪਤਿਸਮਾ ਲੈਣਾ ਪੈਣਾ ਸੀ, ਇਸ ਤੋਂ ਪਹਿਲਾਂ ਕਿ ਉਹ ਕਿਸੇ ਹੋਰ ਨੂੰ ਬਪਤਿਸਮਾ ਦਿੰਦਾ। ਬਪਤਿਸਮਾ ਅਸੀਂ ਇਸੇ ਕਰਕੇ ਗ੍ਰਹਿਣ ਕਰਦੇ ਹਾਂ, ਛੋਟੇ ਬੱਚੇ ਵੀ ਇਸੇ ਕਰਕੇ ਗ੍ਰਹਿਣ ਕਰਦੇ ਆ ਤਾਂ ਜੋ ਉਹਨਾਂ 'ਤੇ ਆਦਮ ਅਤੇ ਹਵਾ ਦੇ ਗੁਨਾਹ ਦਾ ਜੋ ਅਸਰ ਹੈ ਉਹ ਦੂਰ ਹੋ ਜਾਵੇ, ਉਸ ਤੋਂ ਮੁਕਤ ਹੋ ਜਾਣ। ਸੋ ਪਿਆਰਿਓ, ਇਹ ਦੋਵੇਂ ਮਹਾਨ ਈਦਾਂ ਸਾਡੇ ਕੋਲ ਖੁਦਾ ਦੇ ਪਿਆਰ ਵਿੱਚ ਵਧਣ ਦੇ ਲਈ ਅਤੇ ਪਵਿੱਤਰਤਾ ਵਿੱਚ ਵਧਣ ਦੇ ਲਈ ਮੰਗ ਕਰਦੀਆਂ ਹਨ। ਆਓ ਅਸੀਂ ਖੁਦਾ ਕੋਲੋਂ ਮੰਗ ਕਰੀਏ, ਖੁਦਾ ਅੱਗੇ ਪ੍ਰਾਰਥਨਾ ਕਰੀਏ, ਅਸੀਂ ਹਮੇਸ਼ਾ ਪਿਆਰ ਵਿੱਚ, ਪਵਿੱਤਰਤਾ ਵਿੱਚ ਅੱਗੇ ਵਧਦੇ ਰਹੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਵਡਿਆਈ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਇਸ ਸਮੇਂ ਦੇ ਲਈ
ਸਾਨੂੰ ਸਾਰਿਆਂ ਨੂੰ ਪ੍ਰਾਰਥਨਾ ਭਵਨ ਟੀਵੀ ਦੇ ਮਾਧਿਅਮ ਦੇ ਰਾਹੀਂ ਪ੍ਰਭੂ ਦੇ ਵਚਨ ਦੇ ਨਾਲ ਜੋੜਨ ਦੇ ਲਈ ਪਿਤਾ ਪਰਮੇਸ਼ਵਰ, ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਹਰ ਰੋਜ਼ ਜਿਸ ਤਰ੍ਹਾਂ ਵਚਨ ਸੁਣਦੇ ਹਾਂ ਤੁਹਾਡੇ ਪ੍ਰਤੀ ਪਿਆਰ, ਲੋਕਾਂ ਪ੍ਰਤੀ ਪਿਆਰ ਨਾਲ ਭਰਪੂਰ ਰਹੀਏ ਤੇ ਨਾਲ ਹੀ ਪਵਿੱਤਰਤਾ ਵਿੱਚ ਵਧਦੇ ਰਹੀਏ। ਸੇਮ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। ਚੜਾਵਾ हे प्रभु जी सेवा विच तेरी हाज़िरी तेनू चढ़ावा हे प्रभु जी सेवा विच तेरी हाज़िरी चरना च तेरे ले आया पापा परया जीवन मेरा चरना च तेरे ले आया मैनू बना दे ज्योति तेरी मैनू बना दे ज्योति तेरी मैनू बना दे प्यार तेरा मैनू चढ़ावा हे प्रभु जी सेवा विच तेरी हाज़िरी मैनू चढ़ावा हे प्रभु जी सेवा विच तेरी हाज़िरी। प्राप्त भैनों प्रार्थना करो कि मेरी ते ਤੁਹਾਡੀ ਕੁਰਬਾਨੀ ਪੂਰੀ ਗੁਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। प्रभु इस कुर्बानी ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਰਹਿਮਦਿਲ ਖੁਦਾ, ਇਹਨਾਂ ਤੋਹਫਿਆਂ ਨੂੰ ਕਬੂਲ ਕਰ ਜੋ ਅਸੀਂ ਉਸ ਸੰਤ ਯਹੰਨਾ ਬਪਤਿਸਤਾ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਤੈਨੂੰ ਚਾਹੁੰਦੇ ਹਾਂ, ਜਿਸ ਨੇ ਦੁਨੀਆ ਦੇ ਮੁਕਤੀਦਾਤਾ ਮਸੀਹ ਦੇ ਆਉਣ ਬਾਰੇ ਭਵਿੱਖਬਾਣੀ ਕੀਤੀ ਸੀ ਤੇ ਜਦ ਉਹ ਆਇਆ ਤਾਂ ਉਸਦੀ ਜਾਣ ਪਹਿਚਾਣ ਕਰਾਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। तेरी पाक मर्जी पूरी कर दिया तेरे लिए एक पाक कौम नू हासिल करके उसने अपनी बाहां पसार के दुख तसीहे चले तां जो ओ मौत दा नाश करे ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ, ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ
ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੇ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੇ ਹੋਏ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੇ ਮੇਡ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤਾਂ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਯੂਹੰਨਾ ਬਪਤਿਸਮਾ ਦੇਣ ਵਾਲਾ, ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਮੈਂ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। ਆਓ ਸੇ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾਓ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ
ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਆਪ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਇਸ ਚਾਨਣ ਕਾਲੀਆਂ ਰਾਤਾਂ ਦਾ ਮੀਂਹ ਰਹਿਮਤ ਦਾ ਬਰਸਾਤਾਂ ਦਾ। ਇਸ ਚਾਨਣ ਕਾਲੀਆਂ ਰਾਤਾਂ ਦਾ ਮੀਂਹ ਰਹਿਮਤ ਦਾ ਬਰਸਾਤਾਂ ਦਾ। ਪਾਪਾਂ ਦੇ ਦਾਗ ਮਿਟਾਉਂਦਾ ਏ, ਪਾਪਾਂ ਦੇ ਦਾਗ ਮਿਟਾਉਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਜਦ ਦਿਲ ਵਿੱਚ ਯਿਸੂ ਆਉਂਦਾ ਏ, ਭੱਜ ਦੂਰ ਹਨੇਰਾ ਜਾਂਦਾ ਏ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਲੇਲੇ ਦੇ ਭੋਜ ਨਾਲ ਰਜਾਈ ਹੋਈ ਤੇਰੀ ਕਲੀਸਿਆ ਖੁਸ਼ੀ ਮਨਾਵੇ ਅਤੇ ਮਸੀਹ ਵਿੱਚ ਆਪਣੇ ਮੁੜ ਜਨਮ ਦੇ ਦਾਤੇ ਨੂੰ ਪਛਾਣ ਲਵੇ, ਜਿਸ ਦੇ ਬਾਰੇ ਸੰਤ ਯੂਹੰਨਾ ਬਪਤਿਸਤਾ ਦੀ ਭਵਿੱਖਬਾਣੀ ਨੇ ਐਲਾਨ ਕੀਤਾ ਕਿ ਉਹ ਮਨੁੱਖਾਂ ਦੇ ਵਿਚਕਾਰ ਖੜਾ ਹੈ, ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ
ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। आमीन। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। ਦੁਆ ਯਾਦ ਕਰ। याद याद कर कर, ऐ निहायत मेहरबान कुआरी मरियम, भई कदे नहीं सुनिया गया कि कोई भी तेरी पनाह लभदियां, तेरी मदद चाहदियां, तेरी सिफारिश मंगदियां तेथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे को नस के आउंदा हां ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਤੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, साडे लिए दुआ कर। रब ने तेनू रुतबा दिता, भेद इलाही तो पूरा कीता। रब ने तेनू रुतबा दिता, भेद इलाही तो पूरा कीता। यीशु दे दुखां दे पीरां नूं तू सीने ते चलण वाली। यीशु दे दुखां दे पीरां नूं तू सीने ते चलण वाली। ऐ बेदाग दिल ऐ मां मरियम, तू ऊंचियां शानां